इस टॉपिक ਵਿੱਚ ਅਸੀਂ ਪ੍ਰੈਸੀਪੀਟੇਸ਼ਨ ਦੀ ਗੱਲ ਕਰਾਂਗੇ। ਪ੍ਰੈਸੀਪੀਟੇਸ਼ਨ ਕੀ ਹੈ? ਦ ਫਾਲਿੰਗ ਆਫ ਕੰਡੈਂਸਡ ਵਾਟਰ ਵੇਪਰ ਇਜ਼ ਕਾਲਡ ਪ੍ਰੈਸੀਪੀਟੇਸ਼ਨ। ਸੋ ਜੰਮੇ ਹੋਏ ਵਾਟਰ ਵੇਪਰਸ ਦਾ ਵਾਪਸ ਜ਼ਮੀਨ 'ਤੇ ਗਿਰਨਾ ਹੀ ਪ੍ਰੈਸੀਪੀਟੇਸ਼ਨ ਹੁੰਦੀ ਹੈ। ਇਟ ਕੈਨ ਬੀ ਇਨ ਦੀ ਫਾਰਮ ਆਫ ਰੇਨ, ਇਟ ਕੈਨ ਬੀ ਇਨ ਦੀ ਫਾਰਮ ਆਫ ਸਨੋਫਾਲ, ਇਟ ਕੈਨ ਬੀ ਇਨ ਦੀ ਫਾਰਮ ਆਫ ਫੌਗ, ਡਿਊ। ਠੀਕ ਹੈ, ਸੋ ਕਿਸੇ ਤਰੀਕੇ ਦੇ ਨਾਲ ਵੀ ਹੋ ਸਕਦੀ ਹੈ। ਕਹਿੰਦਾ ਕਲਾਊਡਸ ਜਿਹੜੇ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਛੋਟੇ ਛੋਟੇ ਵਾਟਰ ਡਰੋਪਲੇਟਸ ਹੁੰਦੇ ਨੇ। ਇਹ ਜਿਹੜੇ ਛੋਟੇ ਛੋਟੇ ਵਾਟਰ ਡਰੋਪਲੇਟਸ ਹੁੰਦੇ ਨੇ ਇਹ ਜਿਹੜੇ ਆ ਟਰੈਵਲ ਕਰਦੇ ਰਹਿੰਦੇ ਨੇ ਹਵਾ ਦੇ ਵਿੱਚ, ਔਰ ਕਾਫੀ ਜਦੋਂ ਸਰਟਨ ਹਾਈਟ 'ਤੇ ਪਹੁੰਚ ਜਾਂਦੀ ਹੈ ਏਅਰ ਤਾਂ ਉੱਥੇ ਕੰਡੈਂਸੇਸ਼ਨ ਜਿਹੜੀ ਹੈ ਹੁੰਦੀ ਹੈ, ਬੱਦਲ ਬਣਦੇ ਨੇ। ਛੋਟੇ ਛੋਟੇ ਜਿਹੜੇ ਵਾਟਰ ਡਰੋਪਲੇਟਸ ਨੇ ਜਦੋਂ ਆਪਸ ਮਿਲਣੇ ਸ਼ੁਰੂ ਹੋ ਜਾਂਦੇ ਨੇ ਤਾਂ ਇਹ ਵੱਡੇ ਕਲਾਊਡਸ ਨੂੰ ਜਿਹੜਾ ਜਨਮ ਦਿੰਦੇ ਨੇ। ਇਸ ਤਰ੍ਹਾਂ ਜਿਹੜਾ ਕਹਿੰਦਾ ਜਿਹੜੇ ਡਰੋਪਲੇਟਸ ਨੇ ਇਹ ਸਾਈਜ਼ 'ਚ ਵੱਧਦੇ ਜਾਂਦੇ ਨੇ ਔਰ ਹੌਲੀ ਹੌਲੀ ਇਹ ਬਹੁਤ ਭਾਰੀ ਹੋ ਜਾਂਦੇ ਨੇ ਔਰ ਫਰਦਰ ਇਹ ਹਵਾ ਦੇ ਵਿੱਚ ਤੈਰ ਨਹੀਂ ਸਕਦੇ, ਜਿਹਦੇ ਕਰਕੇ ਬਾਰਿਸ਼ ਹੁੰਦੀ ਹੈ। ਔਰ ਇਸੇ ਤਰ੍ਹਾਂ ਹੀ ਕਹਿੰਦਾ ਕਿ ਵਾਟਰ ਡਰੋਪਲੇਟਸ ਦੇ ਵਾਂਗ ਹੀ ਕਲਾਊਡਸ ਦੇ ਵਿੱਚ ਛੋਟੇ ਛੋਟੇ ਆਈਸ ਦੇ ਕ੍ਰਿਸਟਲ ਹੁੰਦੇ ਨੇ, ਉਹ ਵੀ ਕਈ ਵਾਰੀ ਆਪਸ 'ਚ ਮਿਲ ਜਾਂਦੇ ਨੇ ਔਰ ਜਿਹਦੇ ਨਾਲ ਜਿਹੜਾ ਹੈ ਹੈਵੀ ਫਲੇਕਸ ਆਫ ਸਨੋ ਜਿਹੜੇ ਨੇ ਬਣ ਜਾਂਦੇ ਨੇ। ਸੋ ਕੰਡੈਂਸਡ ਵਾਟਰ ਵੇਪਰ ਦਾ ਜ਼ਮੀਨ ਦੇ ਉੱਪਰ ਵਾਪਸ ਗਿਰਨਾ ਹੀ ਪ੍ਰੈਸੀਪੀਟੇਸ਼ਨ ਕਹਿਲਾਉਂਦਾ ਹੈ। ਐਂਡ ਵਾਟਰ ਸਾਈਕਲ ਦੇਖਦੇ ਹਾਂ ਨੈਕਸਟ ਟੌਪਿਕ। ਵਾਟਰ ਸਾਈਕਲ ਕੀ ਹੈ? ਕਹਿੰਦਾ ਵਾਟਰ ਜਿਹੜਾ ਹੈ ਇਵੈਪੋਰੇਟ ਹੋ ਕੇ ਗਰਮੀ ਦੇ ਨਾਲ ਐਟਮੋਸਫੇਅਰ 'ਚ ਮਿਕਸ ਹੋ ਜਾਂਦਾ ਹੈ ਔਰ ਐਜ਼ ਏ ਵਾਟਰ ਵੇਪਰ ਜਿਹੜਾ ਹੈ ਆਪਣੀ ਫਾਰਮ ਚੇਂਜ ਕਰ ਲੈਂਦਾ ਹੈ। ਕੁਛ ਜਿਹੜੇ ਵਾਟਰ ਵੇਪਰ ਨੇ ਉਹ ਕੰਡੈਂਸ ਹੋ ਕੇ ਬੱਦਲ ਬਣ ਜਾਂਦੇ ਨੇ ਔਰ ਇਸ ਤਰ੍ਹਾਂ ਜਿਹੜਾ ਹੈ ਆਖਿਰਕਾਰ ਉਹ ਬਾਰਿਸ਼ ਦੀ ਫਾਰਮ ਦੇ ਵਿੱਚ ਜਿਹੜਾ ਪ੍ਰੈਸੀਪੀਟੇਸ਼ਨ ਦੀ ਫਾਰਮ 'ਚ ਨੀਚੇ ਆ ਜਾਂਦੇ ਨੇ। ਦ ਸਾਈਕਲ ਆਫ ਵੈਪੋਰੇਸ਼ਨ, ਕੰਡੈਂਸੇਸ਼ਨ, ਪ੍ਰੈਸੀਪੀਟੇਸ਼ਨ ਗੋਜ਼ ਔਨ ਆਲ ਦਾ ਟਾਈਮ। ਸੋ ਜਿਹੜਾ ਸਾਈਕਲ ਹੈ ਵੈਪੋਰੇਸ਼ਨ ਹੋਣਾ, ਫਿਰ ਕੰਡੈਂਸ ਹੋਣਾ, ਫਿਰ ਬਾਰਿਸ਼ ਹੋਣਾ, ਇਹ ਲਗਾਤਾਰ ਚੱਲਦਾ ਰਹਿੰਦਾ ਹੈ। ਇਹਨੂੰ ਵਾਟਰ ਸਾਈਕਲ ਕਹਿੰਦੇ ਹਾਂ। ਵਾਟਰ ਸਾਈਕਲ ਜਿਵੇਂ ਅਸੀਂ ਇਸ ਡਾਇਗਰਾਮ ਤੋਂ ਸਮਝ ਸਕਦੇ ਹਾਂ, ਪਾਰਟ ਆਫ ਯੂਰ ਸਿਲੇਬਸ। ਇਹ ਵਾਟਰ ਸਾਈਕਲ ਦੀ ਡਾਇਗਰਾਮ ਹੈ ਜਿਹਦੇ ਵਿੱਚ ਵੈਪੋਰੇਸ਼ਨ, ਕੰਡੈਂਸੇਸ਼ਨ ਅਤੇ ਪ੍ਰੈਸੀਪੀਟੇਸ਼ਨ ਦਿਖਾਇਆ ਗਿਆ ਜੋ ਲਗਾਤਾਰ ਚੱਲਦਾ ਹੈ। ਪਹਿਲਾਂ ਦੇਖੋ ਹੀਟ ਦੇ ਨਾਲ, ਸਨ ਦੀ ਹੀਟ ਦੇ ਨਾਲ ਜਿਹੜਾ ਲੈਂਡ ਜਿਹੜੀ ਹੈ ਉਹ ਗਰਮ ਹੋ ਜਾਂਦੀ ਹੈ ਔਰ ਸਮੁੰਦਰ ਦਾ ਪਾਣੀ ਵੀ ਗਰਮ ਹੋ ਜਾਂਦਾ। ਸੋ ਹੀਟ ਦੇ ਨਾਲ ਜਿਹੜਾ ਹੈ ਸਮੁੰਦਰ ਦਾ ਪਾਣੀ ਜਿਹੜਾ ਹੈ ਇਵੈਪੋਰੇਟ ਹੋ ਕੇ ਵਾਟਰ ਵੇਪਰ ਬਣ ਜਾਂਦਾ ਹੈ ਜੋ ਹਵਾ 'ਚ ਮਿਕਸ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਪਲਾਂਟਸ ਜਿਹੜੇ ਨੇ ਇੱਥੇ ਦਿਖਾਏ ਗਏ ਨੇ। ਪਲਾਂਟਸ ਜਿਹੜੇ ਨੇ ਉਹਨਾਂ ਦੇ ਜਿਹੜੇ ਪੱਤਿਆਂ ਦੇ ਵਿੱਚ ਜਿਹੜਾ ਪਾਣੀ ਹੁੰਦਾ, ਵਾਟਰ ਹੁੰਦਾ ਹੈ, ਉਹ ਵੀ ਹੀਟ ਅਬਜ਼ੋਰਬ ਕਰ ਲੈਂਦੀ ਹੈ ਟਰਾਂਸਪੀਰੇਸ਼ਨ ਦੇ ਰਾਹੀਂ ਔਰ ਉਹ ਵੀ ਇਵੈਪੋਰੇਟ ਹੋ ਜਾਂਦਾ ਹੈ, ਵਾਟਰ ਵੇਪਰ ਬਣ ਕੇ ਹਵਾ 'ਚ ਮਿਕਸ ਹੋ ਜਾਂਦਾ ਹੈ। ਉਹ ਹਵਾ ਗਰਮ ਹੋ ਕੇ ਉੱਪਰ ਉੱਠ ਜਾਂਦੀ ਹੈ ਔਰ ਉੱਪਰ ਜਾ ਕੇ ਸਰਟਨ ਹਾਈਟ 'ਤੇ ਜਿਹੜੇ ਵਾਟਰ ਵੇਪਰ ਨੇ ਵਾਟਰ ਡਰੋਪਸ ਦੀ ਫਾਰਮ 'ਚ ਬਦਲ ਜਾਂਦੇ ਨੇ, ਆਪਸ ਡਸਟ ਪਾਰਟੀਕਲ ਨਾਲ ਮਿਲ ਕੇ ਕਲਾਊਡ ਬਣਾਉਂਦੇ ਨੇ ਔਰ ਜਦੋਂ ਕਾਫੀ ਭਾਰੇ ਹੋ ਜਾਂਦੇ ਨੇ, ਠੀਕ ਹੈ, ਜਦੋਂ ਕਲਾਊਡ ਬਣਦੇ ਨੇ ਤਾਂ ਉਸ ਪ੍ਰੋਸੈਸ ਨੂੰ ਅਸੀਂ ਕੰਡੈਂਸੇਸ਼ਨ ਕਹਿੰਦੇ ਹਾਂ। ਸੋ ਵੈਪੋਰੇਸ਼ਨ ਤੋਂ ਬਾਅਦ ਕੰਡੈਂਸੇਸ਼ਨ ਹੁੰਦੀ ਹੈ। ਕੰਡੈਂਸ ਹੋਣ ਤੋਂ ਬਾਅਦ ਜਿਹੜੇ ਕਲਾਊਡਸ ਨੇ ਜਦੋਂ ਕਾਫੀ ਹੈਵੀ ਹੋ ਜਾਂਦੇ ਨੇ ਤਾਂ ਫਿਰ ਪ੍ਰੈਸੀਪੀਟੇਸ਼ਨ ਹੁੰਦੀ ਹੈ, ਫਿਰ ਬਾਰਿਸ਼ ਹੁੰਦੀ ਹੈ। ਠੀਕ ਹੈ ਜੀ, ਔਰ ਬਾਰਿਸ਼ ਦੀ ਫਾਰਮ ਦੇ ਵਿੱਚ ਨੀਚੇ ਆ ਜਾਂਦੇ ਨੇ। ਫਿਰ ਵਾਪਸ ਜਿਹੜੇ ਨੇ ਉਹਨਾਂ ਹੀ ਵਾਟਰ ਬੋਡੀਜ਼ 'ਚ ਪਾਣੀ ਮਿਲ ਜਾਂਦਾ ਹੈ ਜਾਂ ਕੁਛ ਪਾਣੀ ਜਿਹੜਾ ਹੈ ਜ਼ਮੀਨ ਦੇ ਵਿੱਚ ਚਲਾ ਜਾਂਦਾ ਹੈ ਔਰ ਉਸ ਤੋਂ ਬਾਅਦ ਫਿਰ ਉਸੇ ਹੀ ਫਾਰਮ ਦੇ ਵਿੱਚ ਜਿਹੜਾ ਹੈ ਇਹ ਪਾਣੀ ਜਿਹੜਾ ਹੈ ਪਲਾਂਟਸ ਤੋਂ, ਸੀ ਜਾਂ ਹੋਰ ਵਾਟਰ ਬੋਡੀਜ਼ ਤੋਂ ਵੈਪੋਰੇਟ ਹੁੰਦਾ ਹੈ, ਫਿਰ ਕੰਡੈਂਸ ਹੁੰਦਾ ਹੈ, ਫਿਰ ਪ੍ਰੈਸੀਪੀਟੇਸ਼ਨ ਮਤਲਬ ਰੇਨ ਹੁੰਦੀ ਹੈ। ਇਹ ਸਾਈਕਲ ਜਿਹੜਾ ਇਸ ਤਰ੍ਹਾਂ ਹੀ ਕੰਟੀਨਿਊਸਲੀ ਚੱਲਦਾ ਰਹਿੰਦਾ ਹੈ, ਨੈਵਰ ਐਂਡਸ। ਸੋ ਦਿਸ ਵਾਜ਼ ਦਾ ਵਾਟਰ ਸਾਈਕਲ। ਹਾਂਜੀ, ਨੈਕਸਟ ਅਸੀਂ ਡਿਸਕਸ ਕਰ ਰਹੇ ਹਾਂ ਇਹਦਾ ਨੈਚੁਰਲ ਸਪਲਾਈ ਆਫ ਵਾਟਰ ਵੇਰੀਜ਼ ਫਰੋਮ ਪਲੇਸ ਟੂ ਪਲੇਸ। ਜਿਹੜੀ ਨੈਚੁਰਲ ਸਪਲਾਈ ਹੈ ਪਾਣੀ ਦੀ ਇਹ ਹਰ ਇੱਕ ਜਗ੍ਹਾ 'ਤੇ ਵੱਖਰੀ ਵੱਖਰੀ ਹੁੰਦੀ ਹੈ, ਸੀਜ਼ਨ ਟੂ ਸੀਜ਼ਨ ਵੀ ਵੇਰੀ ਕਰਦੀ ਹੈ। ਹਾਊਐਵਰ ਐਟ ਐਨੀ ਗਿਵਨ ਪਲੇਸਿਸ ਇਟ ਫੋਲੋਜ਼ ਮੋਰ ਔਰ ਲੈਸ ਰੈਗੂਲਰ ਪੈਟਰਨ। ਆਰ ਐਕਟੀਵਿਟੀਜ਼ ਸਮਟਾਈਮਸ ਅਫੈਕਟ ਦ ਨੈਚੁਰਲ ਸਪਲਾਈ ਆਫ ਵਾਟਰ। ਕਈ ਵਾਰੀ ਇਨਸਾਨ ਦੀ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਨਾਲ ਵਾਟਰ ਦੀ ਨੈਚੁਰਲ ਸਪਲਾਈ ਜਿਹੜੀ ਹੈ ਉਹ ਕਾਫੀ ਅਫੈਕਟ ਹੋ ਜਾਂਦੀ ਹੈ। ਇਹਦੇ 'ਚੋਂ ਐਗਜ਼ਾਮਪਲ ਦੇ ਰਿਹਾ ਹੈ ਕਿ ਇਨਸਾਨ ਨੇ ਕਿਵੇਂ ਜਿਹੜਾ ਹੈ ਨੈਚੁਰਲ ਸਪਲਾਈ ਆਫ ਵਾਟਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅਸੀਂ ਲਗਾਤਾਰ ਟਰੀਜ਼ ਕੱਟ ਰਹੇ ਹਾਂ ਜਿਹਦੇ ਕਰਕੇ ਟਰਾਂਸਪੀਰੇਸ਼ਨ ਘੱਟ ਹੁੰਦੀ ਹੈ। ਤੁਹਾਨੂੰ ਪਤਾ ਹੈ ਨਾ ਕਿ ਪੱਤਿਆਂ ਤੋਂ ਜਿਹੜਾ ਹੈ ਪਾਣੀ ਅਬਜ਼ੋਰਬ ਹੋ ਕੇ ਵਾਟਰ ਵੇਪਰ ਬਣਦਾ ਹੈ ਐਟਮੋਸਫੇਅਰ ਦੇ ਵਿੱਚ ਅਤੇ ਫਿਰ ਉਹਦੇ ਨਾਲ ਬਹੁਤ ਜ਼ਿਆਦਾ ਬੱਦਲ ਬਣਦੇ ਨੇ। ਸੋ ਲਗਾਤਾਰ ਟਰੀ ਕੱਟ ਰਹੇ ਜਿਹਦੇ ਕਰਕੇ ਟਰਾਂਸਪੀਰੇਸ਼ਨ ਘੱਟ ਹੋ ਰਹੀ ਹੈ, ਵਾਟਰ ਵੇਪਰ ਘੱਟ ਬਣ ਰਹੇ ਨੇ ਔਰ ਜਿਹਦੇ ਨਾਲ ਕੀ ਹੈ ਕਿ ਕਲਾਊਡ ਫਾਰਮੇਸ਼ਨ ਘੱਟ ਰਹੀ ਹੈ ਔਰ ਬਾਰਿਸ਼ ਘੱਟ ਹੋ ਰਹੀ ਹੈ। ਸੋ ਇਹ ਬੁਰਾ ਪ੍ਰਭਾਵ ਹੈ। ਇਸ ਤੋਂ ਬਿਨਾਂ ਅਸੀਂ ਜਿਹੜਾ
ਵਾਟਰ ਹੈ ਉਹਨੂੰ ਲਗਾਤਾਰ ਪੋਲੂਟ ਕਰ ਰਹੇ ਹਾਂ, ਹਾਰਮਫੁਲ ਸਬਸਟੈਂਸਿਸ ਉਹਦੇ 'ਚ ਐਡ ਕਰ ਰਹੇ ਹਾਂ, ਫਰੈਸ਼ ਵਾਟਰ ਖ਼ਰਾਬ ਕਰ ਰਹੇ ਹਾਂ, ਜਿਹਦੇ ਨਾਲ ਅਸੀਂ ਨੈਚੁਰਲ ਸਪਲਾਈ ਆਫ ਵਾਟਰ ਜਿਹੜੀ ਹੈ ਉਹਨੂੰ ਖ਼ਰਾਬ ਕਰ ਰਹੇ ਹਾਂ। ਸਾਨੂੰ ਜ਼ਰੂਰਤ ਹੈ ਕਿ ਅਸੀਂ ਨੈਚੁਰਲ ਸਪਲਾਈ ਆਫ ਵਾਟਰ ਨੂੰ ਸੰਭਾਲ ਕੇ ਰੱਖੀਏ, ਇਹਨੂੰ ਪ੍ਰੀਜ਼ਰਵ ਕਰੀਏ, ਪੋਲੂਸ਼ਨ ਨਾ ਫੈਲਾਈਏ, ਤਾਂ ਕਿ ਇਹ ਵਾਟਰ ਜਿਹੜਾ ਹੈ ਕੰਜ਼ਰਵ ਕੀਤਾ ਜਾ ਸਕੇ। ਜ਼ਿਆਦਾ ਤੋਂ ਜ਼ਿਆਦਾ ਟਰੀਜ਼ ਲਗਾਈਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬਾਰਿਸ਼ ਹੋਏ। ਸੋ ਸਾਨੂੰ ਆਪਣੀ ਐਕਟੀਵਿਟੀਜ਼ ਨੂੰ ਬਦਲਣ ਦੀ ਲੋੜ ਹੈ। ਹਾਂਜੀ, ਨੈਕਸਟ ਸਾਡਾ ਟੌਪਿਕ ਹੈ ਮੈਜਰਮੈਂਟ ਆਫ ਪ੍ਰੈਸੀਪੀਟੇਸ਼ਨ, ਕਿ ਬਾਰਿਸ਼ ਵਗੈਰਾ ਨੂੰ ਅਸੀਂ ਮੈਜਰ ਕਰਨਾ ਹੋਵੇ ਕਿ ਕਿੰਨੇ ਮਿਲੀਮੀਟਰ ਜਾਂ ਸੈਂਟੀਮੀਟਰ ਹੋਈ ਤਾਂ ਕਿਵੇਂ ਮੈਜਰ ਕਰਦੇ ਹਾਂ। ਸੋ ਕਹਿੰਦਾ ਰੇਨਫਾਲ ਜਿਹੜੀ ਹੈ ਪ੍ਰੈਸੀਪੀਟੇਸ਼ਨ ਦੀ ਸਭ ਤੋਂ ਕਾਮਨ ਫਾਰਮ ਹੈਗੀ ਹੈ। ਇਹਨੂੰ ਅਕਸਰ ਅਸੀਂ ਮਿਲੀਮੀਟਰ ਦੇ ਵਿੱਚ ਮੈਜਰ ਕਰਦੇ ਹਾਂ ਕਿ ਕਿੰਨੇ ਮਿਲੀਮੀਟਰ ਬਾਰਿਸ਼ ਹੋਈ ਹੈ। ਅਗਰ ਅਸੀਂ ਐਨੂਅਲ ਰੇਨਫਾਲ ਮੈਜਰ ਕਰਨੀ ਹੋਵੇ ਤਾਂ ਉਹਨੂੰ ਅਸੀਂ ਸੈਂਟੀਮੀਟਰ 'ਚ ਮੈਜਰ ਕਰਦੇ ਹਾਂ। ਹੁਣ ਤਰੀਕਾ ਦੇਖ ਲੈਂਦੇ ਹਾਂ। ਕਹਿੰਦਾ ਕਿ ਮੰਨ ਲਓ ਕਿ ਵੈਦਰ ਰਿਪੋਰਟ ਜਿਹੜੀ ਹੈ ਕਿਸੇ ਨਿਊਜ਼ਪੇਪਰ ਦੇ ਵਿੱਚ ਕਹਿੰਦੀ ਹੈ ਕਿ 15 ਮਿਲੀਮੀਟਰ ਬਾਰਿਸ਼ ਹੋਈ ਹੈ ਕਿਸੇ ਟਾਊਨ ਦੇ ਵਿੱਚ, ਕਿਸੇ ਖਾਸ ਦਿਨ ਦੇ ਵਿੱਚ। ਇਹਦਾ ਮਤਲਬ ਕੀ ਹੈ ਕਿ ਅਗਰ ਅਸੀਂ ਬਾਰਿਸ਼ ਨੂੰ ਜਿਹੜਾ ਹੈ ਬਾਰਿਸ਼ ਦੇ ਪਾਣੀ ਨੂੰ ਕਲੈਕਟ ਕਰ ਲਈਏ ਉਸ ਏਰੀਏ ਦੀ ਬਾਰਿਸ਼ ਨੂੰ, ਔਰ ਪਲੇਨ ਸਰਫੇਸ ਦੇ ਉੱਪਰ ਉਹਨੂੰ ਜਿਹੜਾ ਹੈ ਕਲੈਕਟ ਕਰੀਏ, ਇਕੱਠਾ ਕਰੀਏ, ਤਾਂ ਪਲੇਨ ਸਰਫੇਸ ਤੋਂ ਉਹਦੀ ਜਿਹੜੀ ਹਾਈਟ ਹੈ ਉੱਪਰ ਵੱਲ ਨੂੰ 15 ਮਿਲੀਮੀਟਰ ਹੋਏਗੀ। ਜਨਰਲੀ ਕੀ ਹੁੰਦਾ ਹੈ ਕਿ ਪਾਣੀ ਬਾਰਿਸ਼ ਦਾ ਇਕੱਠਾ ਨਹੀਂ ਹੋ ਪਾਉਂਦਾ, ਉਸ ਅਕਸਰ ਜਿਹੜਾ ਬਹਿ ਜਾਂਦਾ ਹੈ, ਡਰੇਨ ਆਊਟ ਹੋ ਜਾਂਦਾ ਹੈ। ਸੋ ਕਹਿੰਦਾ ਕਿ ਇਸ ਤੋਂ ਬਾਅਦ ਦੱਸਦਾ ਹੈ ਕਿ ਅਮਾਊਂਟ ਆਫ ਰੇਨਫਾਲ ਐਟ ਅ ਪਲੇਸ ਓਵਰ ਅ ਪਰਟੀਕੂਲਰ ਪੀਰੀਅਡ ਇਜ਼ ਮੈਜਰਡ ਵਿਦ ਦ ਹੈਲਪ ਆਫ ਅ ਰੇਨ ਗੇਜ। ਅਗਰ ਅਸੀਂ ਕਿਸੇ ਖਾਸ ਜਗ੍ਹਾ ਦਾ ਕਿਸੇ ਖਾਸ ਟਾਈਮ ਦੀ ਬਾਰਿਸ਼ ਨੂੰ ਮੈਜਰ ਕਰਨਾ ਹੋਏ ਤਾਂ ਉਹਦੇ ਵਾਸਤੇ ਅਸੀਂ ਰੇਨ ਗੇਜ ਯੂਜ਼ ਕਰ ਸਕਦੇ ਹਾਂ। ਰੇਨ ਗੇਜ ਦੀ ਫੋਟੋਗ੍ਰਾਫ ਨੈਕਸਟ ਪੇਜ ਦੇ ਉੱਪਰ ਦਿੱਤੀ ਹੋਈ ਹੈ, ਅਸੀਂ ਸਮਝਾਂਗੇ ਕੀ ਹੈ। ਅੱਗੇ ਦੱਸਦਾ ਹੈ ਕਿ ਰੇਨ ਗੇਜ ਦੇ ਵਿੱਚ ਕਹਿੰਦਾ ਕਿ ਇੱਕ ਸਿਲੰਡਰ ਹੁੰਦਾ ਹੈ, ਔਰ ਸਿਲੰਡਰ ਦੇ ਉੱਪਰ ਜਿਹੜੀ ਹੈ ਇੱਕ ਫਨਲ ਹੁੰਦੀ ਹੈ ਟੌਪ ਦੇ ਉੱਪਰ, ਅਸੀਂ ਦੇਖ ਲੈਂਦੇ ਹਾਂ। ਇਹ ਹੈ ਰੇਨ ਗੇਜ, ਠੀਕ ਹੈ ਜੀ। ਰੇਨ ਗੇਜ ਦੇ ਵਿੱਚ ਇੱਕ ਸਿਲੰਡਰ ਹੈ, ਬਾਹਰ ਸਿਲੰਡਰ ਦੇ ਵਿੱਚ ਇੱਕ ਵੈਸਲ ਹੈ, ਨੀਚੇ ਇੱਕ ਭਾਂਡਾ ਹੈ, ਉਹਦੇ ਉੱਪਰ ਇੱਕ ਫਨਲ ਲੱਗੀ ਹੋਈ ਹੈ। ਫਨਲ ਦੇ ਰਾਹੀਂ ਬਾਰਿਸ਼ ਦਾ ਪਾਣੀ ਜਿਹੜਾ ਹੈ ਇਸ ਵੈਸਲ, ਇਸ ਭਾਂਡੇ ਦੇ ਵਿੱਚ ਪਏਗਾ, ਔਰ ਦਿਨ ਦੇ ਆਖਿਰ ਦੇ ਵਿੱਚ ਜਦੋਂ ਅਸੀਂ ਮੈਜਰਮੈਂਟ ਕਰਨੀ ਹੈ ਬਾਰਿਸ਼ ਦੇ ਪਾਣੀ ਦੀ, ਤਾਂ ਅਸੀਂ ਵੈਸਲ ਜਿਹੜਾ ਹੈ ਇਹਦਾ ਪਾਣੀ ਕੱਢ ਕੇ ਇੱਕ ਮੈਜਰਿੰਗ ਜਾਰ ਦੇ ਵਿੱਚ ਪਾ ਦਾਂਗੇ, ਠੀਕ ਹੈ ਜੀ। ਇੱਕ ਬਰਤਨ ਹੈ ਜਿਹਦੇ ਵਿੱਚ ਮੈਜਰਮੈਂਟ ਦੇ ਯੂਨਿਟਸ ਲੱਗੇ ਹੋਏ ਨੇ, ਸੈਂਟੀਮੀਟਰ ਜਾਂ ਮਿਲੀਮੀਟਰ 'ਚ ਹੋ ਸਕਦੇ ਨੇ। ਪਾਣੀ ਪਾਵਾਂਗੇ, ਅਸੀਂ ਦੇਖਾਂਗੇ ਕਿ ਕਿੰਨੇ ਸੈਂਟੀਮੀਟਰ ਜਾਂ ਮਿਲੀਮੀਟਰ ਤੱਕ ਉਹ ਪਾਣੀ ਰਾਈਜ਼ ਕਰੇਗਾ। ਫਿਰ ਅਸੀਂ ਦੇਖ ਸਕਦੇ ਹਾਂ ਕਿ ਉਸ ਪਰਟੀਕੂਲਰ ਦਿਨ ਦੇ ਵਿੱਚ ਉਸ ਏਰੀਆ ਦੇ ਵਿੱਚ ਇੰਨੇ ਮਿਲੀਮੀਟਰ ਬਾਰਿਸ਼ ਹੋਈ ਹੈ। ਸੋ ਰੇਨ ਗੇਜ ਦੇ ਰਾਹੀਂ ਜਿਹੜਾ ਹੈ ਇਸ ਤਰੀਕੇ ਦੇ ਨਾਲ ਅਸੀਂ ਰੇਨਫਾਲ ਜਿਹੜੀ ਹੈ ਉਹਨੂੰ ਮੈਜਰ ਕਰ ਸਕਦੇ ਹਾਂ। ਸੋ ਦਿਸ ਵਾਜ਼ ਦਾ ਵੇ ਟੂ ਮੈਜਰ ਦਾ ਰੇਨਫਾਲ। ਡਿਸਕਸ ਕਰਾਂਗੇ ਅਸੀਂ ਟਾਈਪਸ ਆਫ ਰੇਨਫਾਲ, ਰੇਨਫਾਲ ਕਿੰਨੇ ਕਿਸਮ ਦੀ ਹੈ। ਸੋ ਇਹਦੇ 'ਚ ਅਸੀਂ ਬੇਸਿਕਲੀ 3 ਟਾਈਪਸ ਆਫ ਰੇਨਫਾਲ ਲੈ ਕੇ ਚੱਲਦੇ ਹਾਂ। ਫਸਟ ਰੇਨਫਾਲ ਹੈ ਰਿਲੀਫ ਰੇਨਫਾਲ। ਰਿਲੀਫ ਰੇਨਫਾਲ ਕਹਿੰਦਾ ਕਿ ਇਟ ਅਕਰਸ ਵੈਨ ਅ ਮਾਊਂਟੇਨ ਔਰ ਹਾਈਲੈਂਡ ਲਾਈਜ਼ ਇਨ ਦਾ ਪਾਥ ਆਫ ਮੋਇਸਟ ਵਿੰਡਸ। ਜਦੋਂ ਮੋਇਸਚਰ ਨਾਲ ਭਰੀਆਂ ਹੋਈਆਂ ਜਿਹੜੀਆਂ ਹਵਾਵਾਂ ਨੇ ਉਹਨਾਂ ਦੇ ਰਸਤੇ 'ਚ ਕੋਈ ਪਹਾੜ ਆ ਜਾਂਦਾ, ਕੋਈ ਪਹਾੜੀ ਆ ਜਾਂਦੀ, ਉਦੋਂ ਰਿਲੀਫ ਰੇਨਫਾਲ ਜਿਹੜੀ ਹੈ ਉਹ ਅਕਰ ਹੁੰਦੀ ਹੈ। ਦ ਸਾਈਡ ਆਫ ਦ ਮਾਊਂਟੇਨ ਦੈਟ ਫੇਸਿਸ ਦ ਵਿੰਡ ਇਜ਼ ਕਾਲਡ ਦ ਵਿੰਡਵਰਡ ਸਾਈਡ। ਮਾਊਂਟੇਨ ਦੀ ਜਿਹੜੀ ਸਾਈਡ ਹਵਾ ਵਾਲੀ ਪਾਸੇ ਨੂੰ ਹੁੰਦੀ ਹੈ ਉਹਨੂੰ ਅਸੀਂ ਵਿੰਡਵਰਡ ਸਾਈਡ ਕਹਿੰਦੇ ਹਾਂ। ਵਾਰਮ ਮੋਇਸਟ ਏਅਰ ਇਜ਼ ਫੋਰਸ ਟੂ ਰਾਈਜ਼ ਅਲੋਂਗ ਦ ਵਿੰਡਵਰਡ ਸਲੋਪ ਆਫ ਦ ਮਾਊਂਟੇਨ। ਸੋ ਪਹਾੜ ਦੀ ਜਿਹੜੀ ਵਿੰਡਵਰਡ ਸਾਈਡ ਹੈ ਉਸ ਸਾਈਡ ਤੋਂ ਮੋਇਸਚਰ ਨਾਲ ਭਰੀ ਹੋਈ ਹਵਾ ਜਿਹੜੀ ਹੈ ਉੱਪਰ ਵੱਲ ਨੂੰ ਉੱਠਣੀ ਸ਼ੁਰੂ ਹੋ ਜਾਂਦੀ ਹੈ ਪਹਾੜ ਦੇ ਕੋਲ ਆ ਕੇ। ਜਦੋਂ ਏਅਰ ਜਿਹੜੀ ਹੈ ਉੱਪਰ ਵੱਲ ਨੂੰ ਉੱਠਦੀ ਹੈ ਤਾਂ ਠੰਡੀ ਹੋ ਜਾਂਦੀ ਹੈ, ਕੂਲ ਡਾਊਨ ਹੋ ਜਾਂਦੀ ਹੈ, ਉਹ 'ਚ ਮੈਕਸੀਮਮ ਅਮਾਊਂਟ ਆਫ ਵਾਟਰ ਵੇਪਰ ਆ ਜਾਂਦਾ ਹੈ, ਔਰ ਆਖਿਰਕਾਰ ਇਹ ਜਿਹੜੀ ਹੈ ਕੰਡੈਂਸ ਹੋਣੇ ਸ਼ੁਰੂ ਹੋ ਜਾਂਦੇ ਨੇ ਵਾਟਰ ਵੇਪਰ, ਕਲਾਊਡ ਫਾਰਮ ਬਣ ਕੇ ਰੇਨਫਾਲ ਹੋਣੀ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਪਹਾੜੀ ਦੀ ਚੋਟੀ ਤੋਂ ਹਵਾ ਨੀਚੇ ਉਤਰਨੀ ਸ਼ੁਰੂ ਹੋ ਜਾਂਦੀ ਹੈ, ਡਿਸੈਂਡਸ ਡਾਊਨ ਦ ਅਦਰ ਸਾਈਡ ਆਫ ਦ ਮਾਊਂਟੇਨ। ਪਹਾੜ ਦੇ ਦੂਜੇ ਪਾਸੇ ਹਵਾ ਨੀਚੇ ਉਤਰਦੀ ਹੈ, ਜਿਸ ਨੂੰ ਕਿ ਲੀਵਰਡ ਸਾਈਡ ਕਹਿੰਦੇ ਆ ਪਹਾੜ ਦੀ ਦੂਜੀ ਸਾਈਡ ਨੂੰ, ਔਰ ਇਹ ਹਵਾ ਜਿਹੜੀ ਹੈ ਕਾਫੀ ਵਾਰਮ ਔਰ ਡਰਾਈ ਹੋ ਜਾਂਦੀ ਹੈ। ਸੋ ਜਿਸ ਕਰਕੇ ਲੀਵਰਡ ਸਾਈਡ ਦੇ ਵਿੱਚ ਕਾਫੀ ਘੱਟ ਰੇਨਫਾਲ ਹੁੰਦੀ ਹੈ, ਔਰ ਇਹ ਜਿਹੜਾ ਲੀਵਰਡ ਸਾਈਡ ਦਾ ਏਰੀਆ ਹੈ ਇਹਨੂੰ ਅਸੀਂ ਰੇਨ ਸ਼ੈਡੋ ਏਰੀਆ ਵੀ ਕਹਿੰਦੇ ਹਾਂ। ਤੁਸੀਂ ਦੇਖ ਸਕਦੇ ਹਾਂ ਪਿਕਚਰ ਆਫ ਰਿਲੀਫ ਰੇਨਫਾਲ। ਮਾਊਂਟੇਨ ਆ ਜਾਂਦਾ ਹੈ ਰਸਤੇ ਦੇ ਵਿੱਚ ਹਵਾ ਦੇ, ਇਹ ਵਿੰਡਵਰਡ ਸਾਈਡ ਹੈ ਜਿੱਧਰੋਂ ਹਵਾ ਵਹਿ ਰਹੀ ਹੈ, ਔਰ ਹਵਾ ਜਦੋਂ ਉੱਪਰ ਉੱਠੇਗੀ ਤਾਂ ਕੰਡੈਂਸੇਸ਼ਨ ਹੋਏਗੀ, ਬਾਰਿਸ਼ ਹੋਏਗੀ। ਉਸ ਤੋਂ ਬਾਅਦ ਜਿਹੜੀ ਲੀਵਰਡ ਸਾਈਡ ਹੈ ਵਾਲੀ, ਜਦੋਂ ਹਵਾ ਇੱਧਰੋਂ ਨੀਚੇ ਉਤਰੇਗੀ ਤਾਂ ਡਰਾਈ ਹੋ ਜਾਏਗੀ, ਉੱਧਰ ਬਾਰਿਸ਼ ਕਾਫੀ ਘੱਟ ਹੁੰਦੀ ਹੈ। ਸੋ ਇਹਦੇ 'ਚ ਦੱਸਦਾ ਹੈ, ਕਹਿੰਦਾ ਕਿ ਇੰਡੀਆ ਦੇ ਵਿੱਚ
ਜਿਹੜੀ ਵੈਸਟਰਨ ਸਾਈਡ ਹੈ ਵੈਸਟਰਨ ਘਾਟਸ ਦੀ, ਉੱਥੇ ਸਭ ਤੋਂ ਜ਼ਿਆਦਾ ਬਾਰਿਸ਼ ਹੁੰਦੀ ਹੈ, ਵਿੰਡਵਰਡ ਸਾਈਡ 'ਤੇ ਹੈ। ਲੇਕਿਨ ਈਸਟਰਨ ਸਾਈਡ ਜਿਹੜੀ ਹੈ ਉਹ ਲੀਵਰਡ ਸਾਈਡ 'ਤੇ ਆ, ਔਰ ਉਹ ਰੇਨ ਸ਼ੈਡੋ ਏਰੀਆ ਇੱਕ ਤਰ੍ਹਾਂ ਦੇ ਨਾਲ, ਜਿੱਥੇ ਕਿ ਬਾਰਿਸ਼ ਜਿਹੜੀ ਹੈ ਜ਼ਿਆਦਾ ਨਹੀਂ ਹੁੰਦੀ। ਰਿਲੀਫ ਰੇਨਫਾਲ ਕਹਿੰਦਾ ਹੈ ਕਿ ਇਹਨੂੰ ਔਰੋਗ੍ਰਾਫਿਕ ਰੇਨਫਾਲ ਦਾ ਨਾਮ ਵੀ ਦਿੱਤਾ ਹੋਇਆ ਹੈ, ਔਰ ਉਹਦਾ ਮਤਲਬ ਮਾਊਂਟੇਨ ਹੁੰਦਾ ਗ੍ਰੀਕ ਲੈਂਗੁਏਜ ਦੇ ਵਿੱਚ। ਸੈਕਿੰਡ ਟਾਈਪ ਆਫ ਰੇਨਫਾਲ ਹੈ ਕਨਵੈਕਸ਼ਨਲ ਰੇਨਫਾਲ। ਕਨਵੈਕਸ਼ਨਲ ਰੇਨਫਾਲ ਦੀ ਜਿਹੜੀ ਇਹ ਡਾਇਗਰਾਮ ਹੋਗੀ ਤੁਸੀਂ ਤੁਹਾਨੂੰ ਦਿੱਤੀ ਹੋਈ ਹੈ ਪਿਕਚਰ, ਠੀਕ ਹੈ ਜੀ। ਦੇਖਦੇ ਹਾਂ ਕਨਵੈਕਸ਼ਨਲ ਰੇਨਫਾਲ ਕਿੱਥੇ ਹੁੰਦੀ ਹੈ। ਇਨ ਦਾ ਇਕੁਏਟੋਰੀਅਲ ਬੈਲਟ, ਇਕੁਏਟਰ ਦੇ ਆਸ-ਪਾਸ ਜ਼ਿਆਦਾ ਹੁੰਦੀ ਹੈ। ਡੇ ਦੇ ਟਾਈਮ ਸਾਨੂੰ ਪਤਾ ਹੈ ਕਿ ਇਕੁਏਟਰ ਦੇ ਕੋਲ ਜਿਹੜੀ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਸਨਰੇਜ਼ ਸਿੱਧੀਆਂ ਪੈਂਦੀਆਂ ਨੇ, ਜਿਹਦੇ ਨਾਲ ਕੀ ਹੁੰਦਾ ਹੈ ਕਿ ਸਰਫੇਸ ਦੇ ਕੋਲ ਜਿਹੜੀ ਹਵਾ ਹੁੰਦੀ ਹੈ ਬਹੁਤ ਗਰਮ ਹੋ ਜਾਂਦੀ ਹੈ ਅਤੇ ਉੱਪਰ ਉੱਠ ਜਾਂਦੀ ਹੈ, ਔਰ ਇਹ ਗਰਮ ਹਵਾ ਦੀ ਜਗ੍ਹਾ ਉੱਪਰੋਂ ਆ ਕੇ ਠੰਡੀ ਹਵਾ ਲੈ ਲੈਂਦੀ ਹੈ। ਠੰਡੀ ਹਵਾ ਜਿਹੜੀ ਹੈ ਉਹ ਵੀ ਫਿਰ ਗਰਮ ਹੋ ਜਾਂਦੀ ਹੈ, ਉਹ 'ਚ ਵਾਟਰ ਵੇਪਰ ਹੋਰ ਵੱਧ ਜਾਂਦੇ ਨੇ ਔਰ ਉੱਪਰ ਉੱਠ ਜਾਂਦੀ ਹੈ, ਔਰ ਉੱਪਰ ਉੱਠ ਕੇ ਜਿਹੜੀ ਹੈ ਉਹਦੇ ਵਿੱਚ ਕਲਾਊਡਸ ਬਣਦੇ ਨੇ, ਔਰ ਕਲਾਊਡਸ ਕਾਫੀ ਹੈਵੀ ਹੋ ਜਾਂਦੇ ਨੇ, ਜਿਹਦੇ ਨਾਲ ਕੀ ਹੈ ਬਾਰਿਸ਼ ਹੁੰਦੀ ਹੈ। ਸੋ ਇਹਦੇ 'ਚ ਤੁਸੀਂ ਦੇਖ ਸਕਦੇ ਹਾਂ ਕਨਵੈਕਸ਼ਨਲ ਰੇਨਫਾਲ। ਇਹਦੇ ਵਿੱਚ ਕੀ ਹੋਇਆ ਹੈ ਕਿ ਸਰਫੇਸ ਜਿਹੜਾ ਸੀ ਬਹੁਤ ਗਰਮ ਸੀਗਾ, ਜਿਹਦੇ ਨਾਲ ਏਅਰ ਵਾਰਮ ਹੋ ਗਈ, ਉੱਪਰ ਉੱਠ ਗਈ, ਉਹਦੀ ਜਗ੍ਹਾ ਕੋਲਡ ਏਅਰ ਆਈ, ਉਹ ਵੀ ਜਿਹੜੀ ਹੈ ਗਰਮ ਹੋ ਕੇ ਉੱਪਰ ਉੱਠ ਗਈ, ਔਰ ਇਹਦੇ ਨਾਲ ਜਿਹੜਾ ਹੈ ਕਿ ਹੈਵੀ ਕਲਾਊਡਸ ਦੀ ਫੋਰਮੇਸ਼ਨ ਜਦੋਂ ਹੋਈ ਤਾਂ ਆਫਟਰਨੂਨ ਦੇ ਟਾਈਮ ਜਿਹੜੀ ਹੈ ਕਾਫੀ ਹੈਵੀ ਬਾਰਿਸ਼ ਹੋਈ। ਸੋ ਇਕੁਏਟਰ ਦੇ ਸਾਨੂੰ ਪਤਾ ਹੈ ਕਿ ਡੇਲੀ ਕਨਵੈਕਸ਼ਨਲ ਰੇਨਫਾਲ ਹੁੰਦੀ ਹੈ, ਸਪੈਸ਼ਲੀ ਇਨ ਦਾ ਆਫਟਰਨੂਨ। ਨੈਕਸਟ ਜਿਹੜਾ ਹੈ ਦੱਸਦਾ ਹੈ ਕਿ ਜਿਹੜੀ ਕਨਵੈਕਸ਼ਨਲ ਰੇਨਫਾਲ ਹੈ ਇੱਥੇ ਹੈਵੀ ਰੇਨਫਾਲ ਹੁੰਦੀ ਹੈ ਆਫਟਰਨੂਨ ਜਾਂ ਈਵਨਿੰਗ ਦੇ ਵਿੱਚ, ਜਿਵੇਂ ਤੁਹਾਨੂੰ ਮੈਂ ਦੱਸਿਆ ਹੈ, ਔਰ ਇਸ ਰੇਨਫਾਲ ਦੇ ਨਾਲ ਕਾਫੀ ਥੰਡਰ ਔਰ ਲਾਈਟਨਿੰਗ ਵੀ ਹੁੰਦੀ ਹੈ, ਬਿਜਲੀ ਚਮਕਦੀ ਹੈ, ਗਰਜਦੀ ਹੈ ਬੱਦਲ। ਲਾਸਟ ਟਾਈਪ ਹੈ ਸਾਡੇ ਕੋਲ ਫਰੰਟਲ ਜਾਂ ਸਾਈਕਲੋਨਿਕ ਰੇਨਫਾਲ। ਇਹਦੀ ਵੀ ਡਾਇਗਰਾਮ ਤੁਹਾਨੂੰ ਦਿੱਤੀ ਹੋਈ ਹੈ ਫਰੰਟਲ ਔਰ ਸਾਈਕਲੋਨਿਕ ਰੇਨਫਾਲ ਦੀ। ਇਹ 'ਚ ਦੱਸਦਾ ਹੈ ਕਿ ਸਾਈਕਲੋਨ ਦੇ ਵਿੱਚ ਗਰਮ ਹਵਾ ਔਰ ਠੰਡੀ ਹਵਾ ਜਿਹੜੀ ਹੈ ਆਪੋਜ਼ਿਟ ਡਾਇਰੈਕਸ਼ਨ 'ਚੋਂ ਆ ਕੇ ਆਪਸ 'ਚ ਮਿਲਦੀਆਂ ਨੇ। ਜਿੱਥੇ ਉਹ ਮਿਲਦੀਆਂ ਨੇ ਉਸ ਜ਼ੋਨ ਨੂੰ ਜਿਹੜਾ ਹੈ ਫਰੰਟ ਕਿਹਾ ਜਾਂਦਾ ਹੈ। ਵਾਰਮ ਏਅਰ ਜਿਹੜੀ ਕਿ ਹਲਕੀ ਹੁੰਦੀ ਹੈ ਉਹ ਉੱਪਰ ਨੂੰ ਉੱਠ ਜਾਂਦੀ ਹੈ, ਔਰ ਕੋਲਡ ਏਅਰ ਉਹਦੇ ਨੀਚੇ ਹੁੰਦੀ ਹੈ, ਔਰ ਇਸ ਤਰ੍ਹਾਂ ਕਹਿੰਦਾ ਕਿ ਵਾਰਮ ਏਅਰ ਉੱਪਰ ਉੱਠ ਜਾਂਦੀ ਹੈ, ਉੱਪਰ ਉੱਠ ਕੇ ਠੰਡੀ ਹੋ ਜਾਂਦੀ ਹੈ, ਫਿਰ ਬੱਦਲ ਬਣ ਜਾਂਦੇ ਨੇ ਔਰ ਬਾਰਿਸ਼ ਹੁੰਦੀ ਹੈ। ਫਰੰਟਲ ਰੇਨਫਾਲ ਜਿਹੜੀ ਹੈ ਕਾਫੀ ਕਾਮਨ ਹੈ ਸਬ ਪੋਲਰ ਲੋ ਪ੍ਰੈਸ਼ਰ ਬੈਲਟਸ ਦੇ ਵਿੱਚ, ਕਿਉਂਕਿ ਇੱਥੇ ਕੀ ਹੈ ਸਾਈਕਲੋਨਸ ਅਕਰ ਵੈਨ ਦਾ ਵਾਰਮ ਵੈਸਟਰਲੀਜ਼ ਆਰ ਫੋਰਸ ਟੂ ਰਾਈਜ਼ ਓਵਰ ਦਾ ਕੋਲਡ ਪੋਲਰ ਏਅਰ। ਉਸ ਜਗ੍ਹਾ ਦੇ ਉੱਪਰ ਜਿਹੜੀਆਂ ਵਾਰਮ ਵੈਸਟਰਲੀ ਵਿੰਡਸ ਨੇ ਉਹ ਕੋਲਡ ਪੋਲਰ ਏਅਰ ਦੇ ਉੱਪਰ ਜਿਹੜੀਆਂ ਨੇ ਫਲੋ ਕਰਦੀਆਂ ਨੇ, ਔਰ ਇਸ ਤਰ੍ਹਾਂ ਉੱਥੇ ਜਿਹੜੀ ਹੈ ਫਰੰਟਲ ਜਾਂ ਸਾਈਕਲੋਨਿਕ ਰੇਨਫਾਲ ਅਕਰ ਹੁੰਦੀ ਹੈ। ਯੂ ਕੈਨ ਸੀ ਇਨ ਦਾ ਡਾਇਗਰਾਮ how this rainfall occurs. You can see front है जिथे कि cold air और warm air opposite direction ਤੋਂ ਮਿਲਦੀਆਂ ਨੇ। warm air ਜਿਹੜੀ ਹੈ ਉਹ ਰਾਈਜ਼ ਕਰ ਜਾਂਦੀ ਹੈ ਉੱਪਰ ਨੂੰ, cold air ਜਿਹੜੀ ਹੈ ਉਹ ਨੀਚੇ ਜਿਹੜੀ ਡਿਸੈਂਡ ਕਰ ਜਾਂਦੀ ਹੈ। warm air ਉੱਪਰ ਜਾ ਕੇ ਜਿਹੜੀ ਹੈ ਕਲਾਊਡਸ ਫਾਰਮ ਕਰਦੀ ਹੈ ਔਰ ਬਾਰਿਸ਼ ਹੁੰਦੀ ਹੈ। frontal rainfall